ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ KTV ਦੇ ਉੱਤੇ ਇੱਕ ਖਾਸ ਸ਼ੋਅ ਮੈਂਟਲ ਹੈਲਥ ਦਾ ਜਿਹੜਾ ਅਸੀਂ ਹਰ ਹਫਤੇ ਅਸੀਂ ਲੈ ਕੇ ਆਉਂਦੇ ਹਾਂ। ਇਸ ਸ਼ੋਅ ਦੇ ਵਿੱਚ ਅਸੀਂ ਆਪਣੇ ਐਕਸਪਰਟਸ ਦੇ ਨਾਲ ਅਲੱਗ-ਅਲੱਗ ਵਿਸ਼ਿਆਂ ਤੇ ਗੱਲਬਾਤ ਕਰਦੇ ਹਾਂ। ਇਹਨਾਂ ਹੀ ਵਿਸ਼ਿਆਂ ਦੇ ਉੱਤੇ ਅਸੀਂ ਜਿਵੇਂ ਕਿ ਐਨਜ਼ਾਈਟੀ ਦੇ ਉੱਤੇ ਗੱਲਬਾਤ ਕਰ ਚੁੱਕੇ ਹਾਂ, ਡਿਪਰੈਸ਼ਨ ਉੱਤੇ ਜਾਂ ਐਲਕੋਹਲ ਪ੍ਰੋਬਲਮਸ ਨੂੰ ਲੈ ਕੇ, ਜਾਂ ਜਿਹੜਾ ਬੱਚਿਆਂ ਦੇ ਉੱਤੇ ਜਿਹੜਾ ਮਾਨਸਿਕ ਦਬਾਅ ਹੁੰਦਾ ਆ ਉਹਦੇ ਬਾਰੇ ਵੀ। ਅੱਜ ਬਹੁਤ ਖਾਸ ਇੱਕ ਐਪੀਸੋਡ ਅਸੀਂ ਲੈ ਕੇ ਆ ਰਹੇ ਹਾਂ। ਇਹ ਇੱਕ ਐਸੀ ਚੀਜ਼ ਆ, ਵਿਲੱਖਣ ਚੀਜ਼, ਜਿਹੜੀ ਮੈਨੂੰ ਲੱਗਦਾ ਵੀ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਅਸੀਂ ਡੈਫੀਨੇਟਲੀ ਇੱਥੋਂ ਲੰਘ ਚੁੱਕੇ ਹਾਂ, ਜਾਂ ਸਾਡੇ ਆਲੇ ਦੁਆਲੇ, ਬੇਸ਼ੱਕ ਉਹ ਸਾਡੇ ਮਾਂ-ਬਾਪ ਹੋਣ ਜਾਂ ਸਾਡੇ ਬਜ਼ੁਰਗ ਹੋਣ ਜਾਂ ਬੱਚੇ ਹੋਣ, ਜਾਂ ਸਾਡੇ ਆਲੇ ਦੁਆਲੇ ਕੋਈ ਸਾਡਾ ਦੋਸਤ ਐਸਾ ਹੋਵੇ ਜਿਹੜਾ ਇਹਨਾਂ ਚੀਜ਼ਾਂ ਵਿੱਚੋਂ ਲੰਘ ਚੁੱਕਾ ਹੋਵੇ ਜਾਂ ਲੰਘ ਰਿਹਾ ਹੋਵੇ। ਇਹ ਬਹੁਤ ਇੱਕ ਨੋਰਮਲ ਚੀਜ਼ ਆ। ਇਹਦੇ ਬਾਰੇ ਗੱਲਬਾਤ ਕਰਨ ਦੇ ਵਾਸਤੇ ਸਾਡੇ ਨਾਲ ਇੱਕ ਵਾਰੀ ਫਿਰ ਹੀਰਾ ਫਾਊਂਡੇਸ਼ਨ, ਮਾਈ ਸੋਲਿਊਸ਼ਨ ਵੈਲਬੀਂਗ ਤੋਂ ਪੈਵ ਚੋਹਲ ਔਰ ਗੁਰਬਿੰਦਰ ਸਿੰਘ, ਉਹ ਸਾਡੇ ਐਕਸਪਰਟ ਹਰ ਹਫਤੇ ਸਾਡੇ ਨਾਲ ਹੁੰਦੇ ਨੇ। ਅੱਜ ਫਿਰ ਇਹਦੇ 'ਤੇ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ, ਔਰ ਵਾਕਈ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ, ਮੈਨੂੰ ਲੱਗਦਾ ਵੀ ਜਿੱਦਾਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਇਹ ਐਪੀਸੋਡ ਅੱਗੇ ਵੱਧ ਰਹੇ ਨੇ, ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਜੇ ਮੈਂ ਆਪਣੀ ਪਰਸਨਲ ਵੀ ਗੱਲ ਕਰਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੈਨੂੰ ਸਿੱਖਣ ਨੂੰ ਮਿਲ ਰਹੀਆਂ ਨੇ। ਮੈਨੂੰ ਆਪਣੇ ਆਪ ਦੇ ਬਾਰੇ ਪਤਾ ਲੱਗ ਰਿਹਾ ਕਿ ਸਮਟਾਈਮਸ ਵੀ ਲਿਵ ਇਨ ਅ ਡਿਨਾਇਲ। ਕਈ ਵਾਰੀ ਸਾਨੂੰ ਲੱਗਦਾ ਵੀ ਨਹੀਂ, ਉਹ ਚੀਜ਼ ਐਵੇਂ ਹੀ ਆ, ਮੈਨੂੰ ਸਿਰਫ ਲੱਗ ਰਿਹਾ ਆ, ਪਰ ਸਿਰਫ ਸਾਨੂੰ ਐਕਸੈਪਟ ਕਰਨ ਦੀ ਜ਼ਰੂਰਤ ਆ। ਇਹਦੇ 'ਚ ਕੋਈ ਵੈਸੇ ਸ਼ਰਮ ਦੀ ਗੱਲ ਨਹੀਂ ਹੈਗੀ, ਇਹ ਚੀਜ਼ ਐਕਸੈਪਟ ਕਰਨੀ ਕਿ ਮੈਂ ਡਿਪਰੈਸ਼ਨ 'ਚੋਂ ਲੰਘ ਰਿਹਾ ਜਾਂ ਲੰਘ ਰਹੀ ਹਾਂ, ਜਾਂ ਮੈਨੂੰ ਐਨਜ਼ਾਈਟੀ ਆ, ਜਾਂ ਮੈਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮਾਨਸਿਕ ਦਬਾਅ ਮੇਰੇ ਉੱਤੇ ਹੈਗਾ ਆ। ਓਨਲੀ ਦ ਬਰੇਵ ਵਿਲ ਐਡਮਿਟ, ਡੈਫੀਨੇਟਲੀ। ਅੱਜ ਦਾ ਜਿਹੜਾ ਪ੍ਰੋਗਰਾਮ ਆ, ਅੱਜ ਅਸੀਂ ਗੱਲ ਕਰਾਂਗੇ ਬਰੀਵਮੈਂਟ ਉੱਤੇ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਜਦੋਂ ਕਹਿੰਦੇ ਆ ਕਿਸੇ ਦੀ ਮੌਤ ਹੁੰਦੀ ਆ ਜਾਂ ਕੋਈ ਚਲੇ ਜਾਂਦਾ, ਸੋਗ ਜਿਹੜਾ ਅਸੀਂ ਮਨਾਉਂਦੇ ਆ। ਸੋ ਉਹ ਸੋਗ ਦੇ ਉੱਤੇ, ਉਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਆਪਣੇ ਐਕਸਪਰਟਸ ਦਾ। ਸਤਿ ਸ਼੍ਰੀ ਅਕਾਲ ਐਂਡ ਵੈਲਕਮ ਵਾਂਸ ਅਗੇਨ, ਥੈਂਕ ਯੂ ਵੈਰੀ ਮਚ। ਪਹਿਲਾਂ ਤਾਂ ਰੀਅਲੀ ਵੈਲ ਡਨ, ਬਿਕੋਜ਼ ਸੋ ਫਾਰ ਜਿੰਨੇ ਆਪਾਂ ਐਪੀਸੋਡ ਕੀਤੇ ਆ ਉਹਨਾਂ ਸਾਰਿਆਂ ਦੇ ਵਿੱਚੋਂ ਵੀ ਆਰ ਲਰਨਿੰਗ ਅ ਲੋਟ। ਨਵੀਆਂ ਚੀਜ਼ਾਂ ਆ ਰਹੀਆਂ ਨੇ, ਜਿਵੇਂ ਕਿ ਜਦੋਂ ਆਪਾਂ ਐਨਜ਼ਾਈਟੀ ਦੀ ਗੱਲ ਕੀਤੀ ਸੀ, ਅਤੇ ਐਨਜ਼ਾਈਟੀ ਦੇ ਵਿੱਚੋਂ ਵੀ ਮੇਰੇ ਖਿਆਲ ਬਹੁਤ ਸਾਰੇ ਪੁਆਇੰਟ ਸੀ ਜਿਹੜੇ ਪ੍ਰੋਬੇਬਲੀ, ਜੇ ਮੈਂ ਆਪਣੀ ਵੀ ਗੱਲ ਕਰਾਂ ਤਾਂ ਆਈ ਡੋਨਟ ਇਵਨ ਨੋ ਦੇ ਐਗਜ਼ਿਸਟ। And then the more you think about it, you actually realize ਕਿ ਵਾਕਈ ਪ੍ਰੋਬਲਮ ਹੈਗੀ ਆ। ਐਂਡ ਦੈਨ ਆਪਾਂ ਜਦੋਂ ਐਲਕੋਹਲ ਨੂੰ ਲੈ ਕੇ ਉਹ ਪ੍ਰੋਬਲਮ ਕੀਤੀ, ਆਪਾਂ ਜਿਹੜੀਆਂ ਗੱਲਾਂ ਕੀਤੀਆਂ ਨੇ, ਅਤੇ ਉਹਦੇ 'ਚੋਂ ਰੀਅਲਾਈਜ਼ ਹੁੰਦਾ ਕਿ ਐਕਚੁਅਲੀ ਕਿਵੇਂ ਦੀਆਂ ਪ੍ਰੋਬਲਮਾਂ ਨੇ। ਵੀ ਲਿਵ ਇਨ ਡਿਨਾਇਲ, ਵੀ ਡੋਂਟ ਐਡਮਿਟ ਇਟ। ਕਿਸੇ ਨੇ ਸਾਨੂੰ ਸਿਖਾ ਲਿਆ ਨਹੀਂ ਹੈਗਾ। That is actually the best one is education। ਕਿਉਂਕਿ ਉਹੀ ਗੱਲ ਆ ਗਈ ਨਾ ਕਿ ਸਾਨੂੰ ਜਾਂ ਤਾਂ ਸਮਝ ਨਹੀਂ, ਤੇ ਸਮਝ ਸਾਨੂੰ ਤਾਂ ਆਊਗੀ ਜੇ ਕੋਈ ਸਾਨੂੰ ਐਜੂਕੇਟ ਕਰੂਗਾ, ਰਾਈਟ? ਸੋ ਦੈਟਸ ਵਾਈ therefore either we live in denial or we don't even know about it at all. Denial, the ignorance of it, because you just don't understand it and you don't want to understand it. That's the thing, right? Now ਅੱਜ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਵੈਰੀ ਮੇਰੇ ਖਿਆਲ ਇਹ ਬਹੁਤ ਸਾਡੇ ਜਿਹੜੇ ਦੇਖਣ ਵਾਲੇ ਨੇ, ਸਾਡੇ ਜਿਹੜੇ ਸਰੋਤੇ ਨੇ, ਸਾਡੇ ਜਿਹੜੇ ਆਡੀਅנס ਆ, ਇਹ ਬੜਾ ਕਲੋਜ਼ ਇੱਕ ਸਬਜੈਕਟ ਆ। ਇੱਕ ਐਸੀ ਚੀਜ਼ ਆ ਜਿਹੜੀ ਕਿ ਅਸੀਂ, ਇੱਕ ਇਨਸਾਨ ਸਾਡੇ ਕਲੋਜ਼ ਹੁੰਦਾ, ਉਹ ਚਲੇ ਜਾਂਦਾ, ਉਹ ਕੋਈ ਵੀ ਹੋ ਸਕਦਾ, ਮਾਂ ਬਾਪ, ਭੈਣ ਭਰਾ, ਪਤੀ ਪਤਨੀ, ਬੱਚਾ, ਕੋਈ ਵੀ ਹੋ ਸਕਦਾ, ਜਾਂ ਦੋਸਤ। ਅਸੀਂ ਲੋਕ ਸ਼ਾਇਦ ਕਈ ਵਾਰੀ ਇਹ ਹੁੰਦਾ ਵੀ ਉਹਦੇ ਆਲੇ ਦੁਆਲੇ ਕਈ ਲੋਕ ਮੂਵ ਔਨ ਹੋ ਜਾਂਦੇ, ਅਤੇ ਕਈ ਸਾਲ ਉਹ ਜਿਹੜੀ ਚੀਜ਼ ਹੁੰਦੀ ਆ ਉਹ ਜਾਂਦੀ ਨਹੀਂ। Bereavement. Some of us, when we lose someone, we turn to alcohol, we turn to our other relationships breaking up. So sharab peen lapandaya jadi cope karne liye we start distancing ourselves, isolation ho jandi hai, bahar nahi jande hege, kithe when gurdware jande hunde sige ਉਹ ਵੀ ਹਟਣ, ਉਹ ਵੀ ਨਹੀਂ ਅਸੀਂ ਜਾਂਦੇ ਹੈਗੇ। So I want to say first, when we lose someone in our life, we lose a part of ourselves. That's right. In the sense of, we lose a part of ourselves. When we lose someone really close, we never get over it. Right. What happens is, we adjust and life becomes different because there's a massive gap left in our life, and we cope with actually just dealing with things. And I always say to clients and people who have lost someone really close, you're never going to get over it. What happens is it just gets a little bit easier to deal with every single day. Right. So that's what the first stage is always about, is actually the pain's going to always be there. You're going to change as a person. Sometimes you feel, I've lost that spark in me because I've lost someone. Yeah, you do lose a part of yourself, because
when you have close people in you, your mum, your dad, your brothers and sisters or children, that's a part of your life. It's a jigsaw piece, and that jigsaw piece comes out. So you start losing a part of yourself. And a lot of people actually can't cope with that part, which we all can't, because at some point in our lives, everyone we know is going to go at some point. We're going to lose everyone. That's the harsh You know, that's the harsh reality of it. And it's about celebrating the times while we are here to try and enjoy that part. But at some point we are going to lose people. Life's never going to be going like this. Life's going to be going up and down, up and down. We're going to lose people. Then we have to cope. Then we have to change. Like when we grow up, we have our parents. Then we have our grandparents at the top. That's our security. We feel safe. That's right. You know, then suddenly as we get older, grandparents go, we move up the ladder, then we have children, then we move up again, become grandparents, and we're at the top. It's a circle. It's a circle. Then I think sometimes, you know, ਅਸੀਂ expect ਕਰਦੇ ਹਾਂ ਕਿ ਇੱਕ ਦਿਨ ਸਾਰਿਆਂ ਨੇ ਚੱਲ ਜਾਣਾ ਆ. You know, you're not going to take anything with you. Everything is going to go. Yeah, but you have expected deaths. ਜਿੱਦਾਂ ਤੁਸੀਂ ਕਿਹਾ ਆ. Yeah. You know, that somebody older, they've lived their lives, they're going to pass away. But I think At we a also certain need age, to, yeah. Hanji, Yeah. you know, but I think we also need to remember there's all the unexpected as well. You know, That's right. within grief, you can't prepare yourself for somebody ਜੋ ਜਿੱਦਾਂ ਗੱਡੀ ਦੇ ਐਕਸੀਡੈਂਟ ਵਿੱਚ ਪੂਰਾ ਹੋ ਜਾਂਦਾ ਹੈ. You know, ਜੇ ਕਿਸੇ ਨੇ ਆਪਣੀ ਲਾਈਫ ਲੈ ਲਈ ਹੈ, you can't prepare yourself. Can't prepare You know, yourself, yeah. however, going back to what you said, ਜਿਹੜਾ ਦੁੱਖ ਹੁੰਦਾ ਹੈ, ਉਹ ਕਦੇ ਨਹੀਂ ਜਾਣਾ ਹੈਗਾ. You know, it's always there. It's always going to be latent there. Are there any, like, ਜਦੋਂ ਆਪਾਂ bereavement ਦੀ ਗੱਲ ਕਰਦੇ ਹਾਂ, ਰਾਈਟ, ਕਿਸੇ ਦੇ ਪਰਿਵਾਰ ਦੇ ਵਿੱਚ ਕਿਸੇ ਦੀ ਡੈਥ ਹੋ ਗਈ ਆ, ਕਿਸੇ ਦੀ ਮੌਤ ਹੋਈ ਆ, obviously ਉਹ ਇੱਕ ਸੋਗ ਮਨਾਉਂਦੇ ਆ, you know, bereavement ਇੱਕ ਪੀਰੀਅਡ ਦੇ ਥਰੂ ਇੱਕ ਜਾਂਦੇ ਆ, which is very natural. I think ਇਹਦੇ ਵਿੱਚ ਆਏ whatever, it doesn't matter ਕਿਹੜੀ ਬੈਕਗਰਾਊਂਡ, ਕਲਰ, ਰੇਸ, because ਅਸੀਂ ਸਾਰੇ ਇਨਸਾਨ ਇੱਕ ਦੂਜੇ ਨਾਲ ਜੁੜੇ ਹੁੰਦੇ ਆ. ਪਹਿਲਾਂ ਇੱਥੇ ਹੁੰਦੇ ਆ ਕਿ are there any like types of bereavements or the stages to it? ਪੰਜ ਸਟੇਜ ਆ. Okay. ਪੰਜ ਸਟੇਜ. ਪਹਿਲਾ ਸਟੇਜ ਹੈਗਾ denial and isolation. ਪੰਜਾਬੀ ਵਿੱਚ ਬੋਲਦੇ ਹੈਗੇ ਆ. ਤੁਸੀਂ ਮਨ ਉਹ ਮੰਨਣਾ ਨਹੀਂ, ਮੰਨਣਾ ਨਹੀਂ ਹੋ ਗਿਆ. ਤੁਸੀਂ ਉਹ ਐਕਸੈਪਟ ਨਹੀਂ ਕਰਦੇ, ਅਜੇ ਐਕਸੈਪਟ ਕਰਦੇ ਤੁਹਾਨੂੰ ਉਹ ਪ੍ਰੋਪਰ ਲੱਗਦਾ ਨਹੀਂ, ਰਾਈਟ, ਦੈਟਸ ਦ ਥਿੰਗ. ਐਂਡ ਇਕੱਲਾਪਨ, ਤੁਸੀਂ ਇਕੱਲੇ ਰਹਿੰਦੇ ਹੋ, ਇਕੱਲੇ ਰਹਿੰਦੇ ਆ, ਆਈਸੋਲੇਟ ਹੋ ਜਾਂਦੇ ਆ. ਉਹ ਪਹਿਲਾ ਸਟੇਜ ਆ when death ਹੁੰਦੀ ਆ. ਰਾਈਟ. ਅਸੀਂ ਸੋਚਦੇ ਆ ਹਾਲੇ ਹੋਇਆ ਨਹੀਂ ਹੈਗਾ, ਆਪਣੀ when ਉਹ ਸੱਟ ਲੱਗਦੀ ਆ ਦਿਲ ਤੇ, ਅਸੀਂ ਐਕਸੈਪਟ ਨਹੀਂ ਕਰਦੇ ਹੈਗੇ. ਪਤਾ ਹੁੰਦਾ ਆ ਪਰ ਐਕਸੈਪਟੈਂਸ ਪਰ ਤੁਸੀਂ ਏਦਾਂ ਐਕਸੈਪਟ ਕਰਦੇ ਆ ਜਿੱਦਾਂ ਕਿ ਤੁਸੀਂ ਆਪਣੇ ਆਪ ਨੂੰ ਆਈਸੋਲੇਟ ਕਰਦੇ ਆ. So you don't go and see anybody ਕਰਕੇ ਕੁਝ ਹੋਇਆ ਨਹੀਂ ਹੈਗਾ. You know, so you're carrying on in your own world, in your own way, as if ਕੁਝ ਨਹੀਂ ਹੋਇਆ ਹੈਗਾ. yes. So ਇਹ ਪਹਿਲਾ ਸਟੇਜ ਆ, ਕਿਹੜੀ denial ਹੁੰਦੀ ਆ, isolation ਹੁੰਦੀ ਆ. Right. And ਇਹ start ਹੋ ਜਾਂਦੀ ਹੈ usually when death ਪਹਿਲਾਂ ਹੁੰਦੀ. Sometimes ਇਹ stage afterwards we ਆ ਸਕਦੇ ਆ. So that's interesting one. So it's not basically, so ਜ਼ਰੂਰੀ ਨਹੀਂ ਹੈਗਾ ਕਿ ਇਹ ਜਿਹੜੀ ਸਟੇਜ ਆ ਤੁਹਾਡੀ, ਜਿਹੜੀ ਆਈਸੋਲੇਸ਼ਨ ਵਾਲੀ ਆ ਤੁਹਾਡੀ ਸਟੇਜ ਆ, ਡਿਨਾਈਲ ਦੇ ਵਿੱਚ ਆ, ਜਾਂ ਤੁਹਾਡੀ ਜਿਹੜੀ ਉਹ ਇਹ ਸਟੇਜ, ਇਹ ਜ਼ਰੂਰੀ ਨਹੀਂ ਵੀ ਜਿੱਦਣ ਡੈਥ ਹੋਈ ਆ ਤੁਹਾਡੀ ਉਦੋਂ ਤੋਂ ਸ਼ੁਰੂ ਹੋ ਜਾਵੇ. Everyone's different. Everyone's different. So it could be like, I think ਇਹ ਇੱਕ ਬਹੁਤ ਇੰਪੋਰਟੈਂਟ ਪਾਰਟ ਆ ਵੀ ਉਹ ਕਈ ਵਾਰੀ ਹੋ ਸਕਦਾ, ਮਤਲਬ ਤੁਹਾਡਾ ਕਹਿਣ ਤੋਂ ਮਤਲਬ ਕਿ ਹੋ ਸਕਦਾ ਮੇਬੀ ਉਹ ਜਿਹੜੀ ਸਟੇਜ ਆ ਉਹ 15 ਦਿਨ ਬਾਅਦ, 1 ਮਹੀਨੇ ਬਾਅਦ, 6 ਮਹੀਨੇ ਇਵਨ ਬਾਅਦ ਵੀ ਸਟਾਰਟ ਹੋਵੇ. ਵਾਓ. ਓਕੇ. ਸ਼ੌਕ ਹੋ ਜਾਂਦੀ ਆ when death unexpected ਹੁੰਦੀ ਆ. some deaths ਅਸੀਂ prepare ਕਰ ਸਕਦੇ, ਸੇ ਕੈਂਸਰ ਜਾਂ ਕੋਈ ਬਿਮਾਰੀ ਆ, ਸਾਨੂੰ ਪਤਾ ਆ 6 ਮਹੀਨੇ ਦਿੱਤੇ ਆ, and ਉਦੋਂ prepare ਹੋਣ ਲੱਗ ਪੈਂਦੇ ਅਸੀਂ, mentally ਅਸੀਂ prepare ਹੋ ਸਕਦੇ ਆ. when unexpected ਹੁੰਦੀ ਆ death, ਉਦੋਂ ਅਸੀਂ prepare ਨਹੀਂ ਹੈਗੇ, ਉਦੋਂ shock ਹੁੰਦੀ ਆ, body ਨੂੰ shock ਹੁੰਦੀ ਆ. that's when ਅਸੀਂ denial ਵਿੱਚ ਚਲ ਜਾਂਦੇ ਆ. It's traumatic. Yeah. The experience. trauma ਕਿਹੜਾ ਹੁੰਦਾ ਆ, ਸਾਡੇ ਦਿਮਾਗ ਤੇ ਸੱਟ ਪੈ ਜਾਂਦੀ ਆ. ਉਹ ਸੱਟ ਕਿੰਨੀ ਔਖੀ release ਹੁੰਦੀ ਆ when trauma ਪੈਂਦਾ ਆ. ਅਸੀਂ ਸੱਟ ਨੂੰ ਕਹਿੰਦੇ ਆ trauma. Right. You know, when we get that trauma, it's hard to deal with. It's hard to let go, and that's where the denial and the isolation becomes. And it's hard to understand it as well, isn't it? ਕੋਈ ਸਮਝ ਨਹੀਂ ਲੱਗਦੀ ਹੈ ਕਿ ਕਿੱਦਾਂ ਸੱਚੀ ਹੋਇਆ ਆ. Yeah. And then you just kind of maybe separate yourself as far as you possibly can from reality. You don't want to talk about it. You want to take it away from everything. You don't want to talk to people. You don't want to be reminded.
because that's the stage you go into. So That's that's one of the stage. that's when Yeah, shock. I was Yeah, going to say positive about ਸਾਡਾ ਜਿਹੜਾ culture ਹੈਗਾ ਆ, that we do enable, you know, when someone passes away, that you do gather, you know, in all cultures as well, ਪਰ ਜਿਹੜਾ ਸਾਡਾ ਰੋਜ ਨਹੀਂ ਹੈਗਾ, encourage ਹੁੰਦਾ ਹੈ ਕਿ ਸਾਡੇ ਤੁਸੀਂ ਜਿਹੜਾ ਰਹੋ। ਇੰਡੀਅਨ ਕਲਚਰ ਜੇ ਮੈਂ ਲਾ Yeah. ਲਾਂ ਹਾਂਜੀ। ਆਪਣਾ, ਉਹਦੇ ਚ ਜ਼ਿਆਦਾਤਰ ਲੋਕੀ ਜਦੋਂ ਕਿਸੇ ਦੀ ਡੈਥ ਹੁੰਦੀ ਬਿਲਕੁਲ ਆਪਾਂ ਸਾਰੇ ਉਹ ਇਕੱਠੇ ਹੋ ਹਾਂ ਅਫਸੋਸ ਕਰਨ ਜਾਂਦੇ ਆ ਸਾਰੇ ਇਕੱਠੇ ਹੁੰਦੇ ਆ Yeah. And That's a positive thing, Yeah. I say. You know, it's Okay. encouraging you to talk. It's encouraging you to understand that it's okay to cry. You know, when you go to do a source, although for, you know, the ladies, ਸਾਰੇ ਇਕੱਠੇ ਹੁੰਦੇ ਆ, ਉਹ ਹੋਰ ਫਿਰ ਰੋਂਦੀਆਂ ਹੁੰਦੀਆਂ ਆ, but it's interesting. How you know, men- ਕਿ men ਕਿੱਦਾਂ react ਹੁੰਦੇ ਆ। yeah. Men always, when ਅਸੀਂ young ਸੀਗੇ ਦੱਸਿਆ ਰੋਣਾ ਨਹੀਂ ਹੈਗਾ, weakness ਆ, strong ਹੋਣਾ ਚਾਹੀਦਾ, but it's okay to cry. I'm going to actually talk about that as well. So Yeah. ਇਹਦੇ ਤੇ ਆਪਾਂ ਆਉਂਦੇ ਆ। ਸੋ ਪਹਿਲਾ ਆਪਣਾ ਹੋ ਗਿਆ ਇਹ ਡਿਨਾਈਲ ਦਾ ਆਈਸੋਲੇਸ਼ਨ। ਉਸ ਤੋਂ ਬਾਅਦ what are the other stages? ਗੁੱਸਾ, anger, ਕਾਤੇ ਮੈਨੂੰ ਹੋਇਆ, ਮੈਂ ਕੀ ਮੇਰੀ ਕੀਤਾ ਲਾਈਫ ਹੈ? ਮੈਂ ਕੀ ਕੀਤਾ ਆਪਣੀ ਲਾਈਫ ਵਿੱਚ, ਮੈਂ ਸਾਰਾ ਕੁਝ ਚੰਗਾ ਕੀਤਾ ਆਪਣੀ ਅਸੀਂ ਲਾਈਫ। ਕਈ ਵਾਰੀ ਅਸੀਂ ਇਹ ਵੀ ਚੀਜ਼ ਕਰਦੇ ਆ, ਕਈ ਵਾਰੀ ਮੇਰੇ ਖਿਆਲ ਇਹ ਬੜਿਆਂ ਨਾਲ ਹੁੰਦਾ ਵੀ ਹੋਏਗਾ, ਜਦੋਂ ਕਈ ਵਾਰੀ ਕੋਈ ਡੈਥ ਵੀ ਹੁੰਦੀ ਆ ਪਰਿਵਾਰ ਦੇ ਵਿੱਚ, ਆਪਾਂ ਸਾਰਿਆਂ ਦੇ ਨਾਲ ਹੀ ਕਈ ਵਾਰੀ ਸਾਨੂੰ ਹੁੰਦਾ ਅਸੀਂ ਭਾਵੇਂ ਜਿੰਨਾ ਮਰਜ਼ੀ ਅਸੀਂ ਉਹ ਪਰਮਾਤਮਾ ਦੇ ਕਲੋਜ਼ ਹੋਈਏ, ਐਕਸੈਪਸ਼ਨਸ ਆ ਦੇ, ਪਰ ਕਈ ਵਾਰੀ ਗੁੱਸੇ 'ਚ ਇੱਥੋਂ ਤੱਕ ਵੀ ਕਹਿ ਹੋ ਜਾਂਦਾ ਵੀ ਰੱਬ ਨੇ ਮੇਰੇ ਨਾਲ ਹੀ ਮਾੜਾ ਕਿਉਂ ਕੀਤਾ, ਸਾਡੇ ਨਾਲ ਹੀ ਮਾੜਾ ਕਿਉਂ ਹੋਇਆ, ਹਾਂ ਸਾਡੇ ਕਰਮ ਮਾੜੇ ਕਿਉਂ। ਅਸੀਂ ਗੁੱਸਾ ਕਰਦੇ ਕਿਹੜਾ ਚੱਲ ਗਿਆ, ਰਾਈਟ we're Yeah, ਉੱਤੇ ਵੀ, ਉੱਤੇ angry, we're angry, ਕਿਹੜੀ ਡੈਥ ਹੋਈ ਆ ਉਹਦੇ ਤੇ ਐਂਗਰ ਅਸੀਂ ਜ਼ਿਆਦਾ ਕਰਦੇ ਆ, ਉਹਦੇ ਤੇ ਸੋਚਦੇ ਆ ਕਾਤੇ ਚੱਲ ਗਿਆ, ਕਾਤੇ ਮੈਨੂੰ ਰਹਿਣ ਦਿੱਤਾ ਆ ਇਕੱਲੇ ਨੂੰ ਸਾਰਾ ਪੇਨ ਫੇਸ ਕਰਨ ਲਈ। That's actually pretty, I think that's a very common one within Yeah. our community Yeah. especially. Yeah, that Yeah. blame is massive. Yeah, You almost feel even, I think it probably done something else, but the guilt for it as well. right. You know, why has that person gone away? Uh-huh. You know, ਏਦਾਂ ਸਾਡੇ ਨਾਲ ਹੋਣੀ ਸੀ, Right. ਫਿਰ ਗੁੱਸਾ ਉੱਤੇ ਕਿ Right. ਏਦਾਂ ਕਿਉਂ ਹੋਈ ਹੈ। ਗੁੱਸਾ ਕਿੰਨਾ ਆ part grieving ਦਾ, bereavement ਦਾ। Right. It's a big coil that comes into it. It's anger. And So angry at it's- yourself as Yeah, well. angry at You know, yourself, when you angry at guess other that people, angry at family members. Do you think, ਮੈਂ ਇਸ ਸਵਾਲ ਤੇ ਹੋਣਾ ਇਹਦੇ 'ਚੋਂ ਇੱਕ ਹੋਰ ਕੁਐਸਚਨ ਆ, ਜਦੋਂ ਅਸੀਂ ਇੱਕ ਬਰੀਵਮੈਂਟ ਦੇ ਥਰੂ ਕੋਈ ਲੰਘ ਰਿਹਾ ਹੋਵੇ, Yeah. ਗੁੱਸਾ ਹੋਵੇ, ਐਂਗਰ ਹੋਵੇ, ਡੂ ਯੂ ਥਿੰਕ ਕੋਈ ਐਸੀ ਸਟੇਜ ਵੀ ਆ ਸਕਦੀ ਹੈ ਜਿੱਥੇ ਦੇ ਮੇ ਥਿੰਕ ਆਫ ਸੈਲਫ ਹਾਰਮਿੰਗ? Children, ਨਿਆਣਿਆਂ ਤੇ ਅਸਰ ਬੜਾ ਹੁੰਦਾ ਹੈ। Right. I've worked with families a lot. Okay. I've done a lot of work with families with loss and bereavement. You will always notice the children will take the anger away and it will sort of go into their life where they're angry at school, they're disruptive, they're angry at you, you start fighting, their behaviour changes. ਨਿਆਣਿਆਂ ਤੇ ਬੜਾ ਅਸਰ ਹੁੰਦਾ ਆ। Right. Yeah, when accept ਨਹੀਂ ਕਰ ਸਕਦੇ, that turns into anger Ah, because they can't accept that feeling okay. of loss. Okay. So only feeling they can sort of accept is the anger feeling. I was going to say, in some situations, you know, ਜਿੱਦਾਂ ਤੁਸੀਂ ਕਿਹਾ ਆ, you do look to yourself and that self-harm, you know, is definitely there as well, because you think, well, why am I still here? You know, such and such is no longer here, ਮੈਂ ਇੱਥੇ ਕੀ ਕਰਦੀ ਹਾਂ? You know, there is that, and you And kind of inflict pain on yourself and because self-harm. you torture yourself. And the self-harm doesn't just come by cutting or anything, it comes by Emotion. alcohol as well. And emotion. One question I have, probably ਥੋੜਾ ਜਿਹਾ out of the context Context actually ਕਿ ਅੱਜ ਕੱਲ nowadays Yeah. social media ਦਾ ਜ਼ਮਾਨਾ, Yeah. right? One of the things that I've seen a lot in the recent times, I think ਪਿਛਲੇ 3 ਤੋਂ 5 ਸਾਲ ਦੇ ਵਿੱਚ ਮੈਂ ਚੀਜ਼ ਬਹੁਤ ਜ਼ਿਆਦਾ ਇਹ ਦੇਖੀ ਆ, which is actually ਮੇਰੀ ਸ਼ਾਇਦ ਉਹ ਸਮਝ ਤੋਂ ਬਾਹਰ ਦੀ ਗੱਲ ਆ। ਜਦੋਂ ਤੁਹਾਡੇ ਕੋਈ ਲਵਡ ਵਨ ਕੋਈ ਪਾਸ, ਮਤਲਬ obviously they've like passed away, especially ਤੁਹਾਡੀ ਫੈਮਿਲੀ ਚੋਂ ਮਦਰ ਫਾਦਰ Yeah. ਜਾਂ ਕੋਈ ਤੁਹਾਡਾ ਇਦਾਂ ਦਾ ਹੋਵੇ, ਆਮ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਨਾਲ even people post some Yeah. pictures of even a dead body. People like obviously ਇਹ ਮੈਂ ਚੀਜ਼ ਇੱਕ ਦੇਖੀ ਆ, I mean ਕਿਤੇ ਨਾ ਕਿਤੇ ਕਈਆਂ ਦੀ ਮੈਂ ਚਲੋ ਕਿਸੇ ਦਾ ਵੀ ਨਾਂ ਨਹੀਂ ਲੈਂਦਾ, ਪਰ ਇਹ ਬੜਾ ਕਾਮਨ ਆ। ਇੱਕ ਲਾਸਟ ਉਹ ਬੰਦੇ ਦੀ ਡੈਥ ਹੋ ਚੁੱਕੀ ਹੁੰਦੀ, ਉਹਦੇ ਹੱਥ ਨਾਲ ਹੱਥ ਫੜ ਕੇ ਇੱਕ ਉਹ ਫੋਟੋ ਪਾਈ ਹੋਈ ਆ, ਜਾਂ ਆਪਣੇ ਉਹ ਗ੍ਰੈਂਡ ਮਦਰ ਦੀ ਜਿਹੜੀ ਆ ਉਹਨਾਂ ਦੇ ਹਸਪੀਟਲ ਦੇ ਵਿੱਚੋਂ ਇੱਕ ਐਸੀ ਫੋਟੋ ਆ ਜਿਹੜੀ ਆਮ ਤੌਰ ਤੇ ਜੇ ਆਪਾਂ ਦੇਖੀ ਤੇ ਬੰਦਾ ਕਹਿੰਦਾ ਨਹੀਂ ਯਾਰ ਇਹ ਤਾਂ we don't want to look at that because obviously you know ਉਹ ਜਿਹੜੀਆਂ ਚੀਜ਼ਾਂ ਨੇ, is that
ਲਾਈਕ ਪਾਰਟ ਆਫ ਕੀ ਆਪਾਂ ਕਹਿ ਸਕਦੇ ਹਾਂ ਵੀ ਉਹ ਵੀ ਕੋਈ ਮੈਂਟਲ ਕੋਈ ਚੀਜ਼ ਹੈਗੀ ਹੈ? Isn't it? You've got that connection. Say if somebody somebody posted something, Right. then it's your connection with that person. Uh-huh. That's how you can It's that explain memory. it. Maybe nothing with anybody else, it Right. means nothing. Right. But for you, whether they are a past, you know, the pictures taken when they passed away, Uh-huh. or of a happy memory or something, it's your connection that you're Right. trying to share, and you're trying to express yourself. So You know, basically that's like ਉਹਨੂੰ ਆਪਾਂ ਇਹ ਕਹਿ ਸਕਦੇ ਕਿ that's the person's expressive way. That's their At way of times, yeah. processing the loss. Okay. That's That process, would you know. So it's not about not right or wrong. It's not- but no that's right just or I wrong. think it's difficult to say whether it's right or wrong because Yeah. it's so personal to that It's so person. personal to that Yeah. person. If they're comfortable about saying this is what's happened, then we have to accept that as viewers of that True. post. Yeah. True. I know, well, who are we Bilkul. to judge? Is a judge nahi kar sakte hain. Exactly. You know, but if somebody else had put a picture up, that makes Yeah, it that's a different. different thing. yeah, Yeah. exactly. You know, if Yeah. it was you, then you want to express something, then I think that's probably accepting It is. or connecting And- with, I've actually lost this person. That's it. It's helping with the process Yeah. of grieving. That's what it is. It's Right. that connection as well. And people always ask me, is that right? Is that wrong? I say, if it's Because I've always thought about if that. it's for that person and it feels good for them and it helps them, I always say it's right. If it's helping them to move forward, helping them to actually accept that person's gone, and which that's when people put pictures up, is they're accepting that person's gone. Right. So I it's think the that's probably the acceptance best way part. to look at Yeah. it, unless somebody else put it up. Yeah. It's a positive way ਉਹ point Yeah. ਤੇ ਦੇਖ ਸਕਦੇ ਹਾਂ. Mm. So then we've got like obviously denial and isolation ਐਂਡ ਐਂਗਰ Yeah. ਰਾਈਟ ਐਂਗਰ ਦੇ ਵਿੱਚ ਆ ਗਿਆ ਕਿ ਇਹਦੇ ਚ ਆਬਵੀਅਸਲੀ ਬੱਚਿਆਂ ਤੇ ਕਾਫੀ ਇਹਦੇ ਤੇ ਅਸਰ ਹੁੰਦਾ ਆ। ਮੈਂ ਇੱਕ ਚੀਜ਼ ਜ਼ਰੂਰ ਇੱਥੇ ਕਹਿਣੀ ਚਾਹੂੰਗਾ, ਜਿਹੜੇ ਅੱਜ ਜਿਹੜੀ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਖਾਸ ਤੌਰ ਤੇ ਇਸ ਚੀਜ਼ ਦੇ ਉੱਤੇ ਆ ਕਿ ਜਿਹੜਾ ਅਸੀਂ ਸੋਗ ਕਰਦੇ ਹਾਂ ਜਾਂ ਜਦੋਂ ਕਿਸੇ ਦੀ ਡੈਥ ਹੁੰਦੀ ਹੈ, ਜਿਹੜਾ ਆਪਾਂ ਬਰੀਵਮੈਂਟ ਇੱਕ ਟਾਈਮ ਹੁੰਦਾ ਆ, ਆਬਵੀਅਸਲੀ ਉਹਦੀ ਕੋਈ ਲਿਮਿਟੇਸ਼ਨ ਨਹੀਂ ਹੁੰਦੀ। ਆਮ ਤੌਰ ਤੇ ਸਾਡੇ ਕਲਚਰ ਦੇ ਵਿੱਚ ਹੈਗਾ ਆ ਵੀ ਕਿੰਨੇ ਦਿਨਾਂ ਇੰਨੇ ਦਿਨਾਂ ਨੂੰ ਇਹ ਕਰਨਾ ਫਿਰ ਉਹ ਕਰਨਾ, ਪਰ ਜਿਹਦੇ ਤੇ ਬੀਤਦੀ ਆ ਉਹਨੂੰ ਪਤਾ ਆ। ਸਾਲਾਂ ਦੇ ਸਾਲ ਲੰਘ ਜਾਂਦੇ ਨੇ, ਉਹ ਇਨਸਾਨ ਚਲੇ ਜਾਂਦਾ ਆ, ਪਰ ਤੁਸੀਂ ਉਸ ਇਨਸਾਨ ਦੀਆਂ ਯਾਦਾਂ, ਉਸ ਇਨਸਾਨ ਦੀਆਂ ਮੈਮਰੀਜ਼ ਜਿਹੜੀਆਂ ਤੁਸੀਂ ਉਹ ਬਿਲਕੁਲ ਆਪਣੇ ਉਸ ਸੀਨੇ ਨਾਲ ਲਾਈਆਂ ਹੁੰਦੀਆਂ ਨੇ, ਤੁਹਾਡੇ ਕੋਲ ਹੁੰਦੀਆਂ ਨੇ। ਦੂਸਰੇ ਨੰਬਰ ਦੇ ਉੱਤੇ ਕਈ ਵਾਰੀ ਤੁਸੀਂ ਬਿਲਕੁਲ ਮੂਵ ਔਨ ਨਹੀਂ ਹੁੰਦੇ। ਅਸੀਂ ਇਹਦੇ ਤੇ ਅੱਜ ਜਿਹੜੀ ਗੱਲਬਾਤ ਕਰ ਰਹੇ ਹਾਂ, ਕਿਉਂਕਿ ਮੈਂਟਲ ਹੈਲਥ ਦੇ ਵਿੱਚ ਇਹ ਇੱਕ ਪਾਰਟ ਬਹੁਤ ਵੱਡਾ ਆ ਜਿਹੜਾ ਕਿਤੇ ਨਾ ਕਿਤੇ ਅਸੀਂ ਇਹਨੂੰ ਇਗਨੋਰ ਕਰਦੇ ਹਾਂ, ਔਰ ਇਹ ਤਕਰੀਬਨ ਹਰੇਕ ਨਾਲ ਜਾਂ ਹਰ ਪਰਿਵਾਰ 'ਚ ਇੱਕ ਅੱਧਾ ਐਸਾ ਜੀ ਹੁੰਦਾ ਜਿਹਦੇ ਨਾਲ ਕਦੇ ਨਾ ਕਦੇ ਇਹ ਚੀਜ਼ ਜ਼ਰੂਰ ਹੁੰਦੀ ਆ। ਸੋ what's the next one then after this ਐਂਗਰ ਤੋਂ ਬਾਅਦ? Okay, it's called bargaining. Punjabi ਵਿੱਚ ਅਸੀਂ ਕਿੱਦਾਂ ਕਹੀਦਾ bargaining? ਜਿਹਦਾ ਕਿਸੇ ਨਾਲ ਆਪਾਂ ਭਾਅ ਤੋਲ ਕਰਨਾ Yeah. ਜਾਂ ਕੋਈ ਇਹੋ ਜਿਹੀ When ਚੀਜ਼। ਅਸੀਂ ਸੋਚਦੇ ਮੈਂ second opinion ਲੈ ਲੈਂਦਾ ਡਾਕਟਰ ਤੇ, ਹਾਂ। ਮੈਂ ਹੋਰ ਟਾਈਮ ਉਹਨਾਂ ਨਾਲ ਸਪੈਂਡ ਕਰਦਾ, if ਮੈਂ ਆਹ ਕਰ ਸਕਦਾ ਸੀਗਾ, ਆਹ ਹੋ ਸਕਦਾ ਸੀਗਾ, Yeah. ਫਿਰ ਡੈਫ ਨਹੀਂ ਹੁੰਦਾ। You know, ਅਸੀਂ What ਆਪਣੇ ifs, isn't it? what ifs ਆਪਣੇ ਦਿਮਾਗ 'ਚ ਅਸੀਂ ਸੋਚਣ ਲੱਗ ਪੈਂਦੇ ਆ। ਮੈਂ ਡਾਕਟਰ ਨੂੰ ਉਹਨੂੰ early ਲੈ ਗਿਆ, diagnosis early ਹੋ ਸਕਦਾ ਸੀਗਾ, if ਮੈਂ ਪਹਿਲਾਂ ਦੇਖ ਲੈਂਦਾ ਆਹ ਹੁੰਦਾ ਸੀਗਾ। ਅਸੀਂ ਬਾਰਗਨਿੰਗ ਕਰਨ ਲੱਗ ਪੈਂਦੇ, ਸੋਚਣ ਲੱਗ ਪੈਂਦੇ, ਆਹ ਡਿਫਰੈਂਟ ਹੁੰਦਾ, ਇਹ ਹਸਪੀਟਲ ਲੈ ਜਾਂਦਾ, ਡਿਫਰੈਂਟ ਡਾਕਟਰ ਨੂੰ ਦਿਖਾ ਲੈਂਦਾ, ਸੈਕੰਡ ਓਪੀਨੀਅਨ ਕਰਨ। ਅਸੀਂ ਇਹ ਫੋਰਥ ਵਿੱਚ ਚੱਲਣ ਲੱਗ And ਪੈਂਦਾ। it's emotional, isn't it? You're Yeah. kind of beating yourself up, ਆਪਣੇ ਆਪ ਤੇ, ਹੈ ਨਾ, ਇੰਨਾ ਫਿਰ ਤੁਸੀਂ pressure ਲਾਉਂਦੇ ਆ, you know, just going through that ਅਸੀਂ process. ਸੋਚਾਂ 'ਚ ਪੈਣ ਲੱਗ ਪੈਂਦੇ ਆ, ਸੋਚਾਂ 'ਚ ਉਹ ਸੋਚਾਂ ਲੈ ਜਾਂਦੀਆਂ, ਅਸੀਂ ਆਹ ਡਿਫਰੈਂਟ ਕਰ ਸਕਦੇ ਸੀਗੇ, ਉਹ ਡਿਫਰੈਂਟ ਕਰ ਸਕਦੇ ਸੀਗੇ, but Yep. actually we couldn't have done anything different. You know, when our time's up, and whichever path we're going to go down, we're going to go down. But sometimes we take that responsibility ourselves. That's where the guilt comes as well. Guilt ਆ ਜਾਂਦਾ, ਅਸੀਂ ਸੋਚਦੇ ਅਸੀਂ ਚੇਂਜ ਕਰ ਸਕਦੇ ਸੀਗੇ situation. And that's human nature as well, isn't it? You always think if something bad happens, if I'd done it differently. And I don't think it goes though, does it? No. It's not going to disappear. exactly right, because ਜਿਹੜੀ ਤੁਸੀਂ ਗੱਲ ਕੀਤੀ ਆ, ਬਹੁਤ ਸਾਰੇ ਕੇਸਿਸ ਦੇ ਵਿੱਚ ਇਹ ਚੀਜ਼ ਹੁੰਦੀ ਆ ਕਿ ਜਦੋਂ ਕਿਸੇ ਦੀ ਪਰਿਵਾਰ 'ਚ ਡੈਥ ਹੁੰਦੀ ਆ, ਸਪੈਸ਼ਲੀ ਮੰਨ ਲਓ ਫੋਰ ਐਗਜ਼ਾਮਪਲ ਇੱਕ ਕੈਂਸਰ ਤੋਂ ਲਾ ਲਓ, ਤੇ ਉਹ ਕਈ ਵਾਰੀ ਉਸ ਪਰਿਵਾਰ ਦਾ ਜਿਹੜਾ ਉਹਨਾਂ ਦਾ ਜਿਹੜਾ ਬੇਟਾ ਬੇਟੀ ਜਾਂ ਹਸਬੈਂਡ ਜਾਂ ਵਾਈਫ ਜਾਂ ਕੋਈ ਨਾ ਕੋਈ ਭੈਣ ਭਰਾ, ਉਹ ਇਹ ਕਈ ਵਾਰੀ ਸੋਚਣ ਲੱਗ ਪੈਂਦੇ ਆ, ਅਸੀਂ ਕਾਸ਼ ਪਹਿਲਾਂ ਟੈਸਟ ਕਰਾਇਆ ਹੁੰਦਾ, ਅਸੀਂ ਪਹਿਲਾਂ ਹੀ ਇਹਨਾਂ ਨੂੰ ਡਾਕਟਰ ਕੋਲ ਲੈ ਗਏ ਹੁੰਦੇ, ਅਸੀਂ ਮੈਡੀਕੇਸ਼ਨ ਪਹਿਲਾਂ ਸਟਾਰਟ ਇਹਨਾਂ ਦੀ ਕਰ ਦਿੱਤੀ ਹੁੰਦੀ, ਤੇ ਹੋ ਸਕਦਾ ਇਹ ਨਾ ਹੁੰਦਾ। ਮਤਲਬ ਉਹ ਆਪਣੇ ਆਪ ਨੂੰ ਕਿਤੇ ਨਾ ਕਿਤੇ ਬਲੇਮ ਵੀ ਕਰਦੇ ਆ। ਉਹ ਜਿਹੜੀ ਬਾਰਗੇਨਿੰਗ ਜਿਹੜੀ ਆ, ਮਤਲਬ ਦਿਮਾਗ ਦੇ ਵਿੱਚ ਚੀਜ਼ਾਂ ਨੇ, and then once again that could lead to this anger, right? Yeah, that leads to Anger. anger as well. Being angry with yourself. Separation, you Yeah. know, separating yourself from others. You know, it leads to a whole array ਬੰਦਾ ਇਕੱਲਾ of ਬੈਠ ਕੇ different ਇਕੱਲਾ mental- ਸੋਚਦਾ ਹੈ। ਸੋਚਾਂ 'ਚ ਪਿਆ deeper, ਰਹਿੰਦਾ। deeper. right Yeah. And ਉਹ ਸੋਚਾਂ 'ਚ ਪੈ ਕੇ
ਕਿਹੜਾ ਚੌਥਾ point ਆ Yeah. depression ਤੇ lead ਹੋ ਜਾਂਦਾ loss death ਸਾਰਿਆਂ ਤੋਂ ਵੱਡੀ ਚੀਜ਼ ਹੈ ਕਿ depression ਹੁੰਦੀ ਆ ਆਪਣੀ ਫੈਮਿਲੀ ਵਿੱਚ ਨਿਆਣਿਆਂ ਨੂੰ ਵੀ affect massively ਹੁੰਦਾ ਅਸੀਂ ਸੋਚਦੇ ਨਹੀਂ ਕਿ ਨਿਆਣੇ ਬਾਰੇ ਅਸੀਂ ਆਪਣਾ pain ਆਪਣਾ ਕਿਹੜਾ ਦੁੱਖ ਆ ਅਸੀਂ try ਕਰਦੇ ਆ dealing with but ਨਿਆਣੇ ਕਿੰਨੇ important ਆ we have to look at the children no one asks the children are you okay how many times do we ask the children It's true, but I think when you've been in that situation, you then overcompensate as well. It's very difficult, isn't it? Yeah. But Grief that affects everybody. point that you made ਮੈਂ ਇਸ ਸਵਾਲ ਐਕਚੁਅਲੀ ਅ ਵੈਰੀ ਗੁੱਡ ਪੁਆਇੰਟ ਐਜ਼ ਵੈਲ ਘਰਾਂ ਦੇ ਵਿੱਚ ਆਮ ਤੌਰ ਤੇ ਜਦੋਂ ਕਦੇ ਵੀ ਹੁੰਦਾ ਫੈਮਿਲੀ ਦੇ ਵਿੱਚ ਕਿਸੇ ਦੀ ਡੈਥ ਹੁੰਦੀ ਆ ਯੈਸ ਉਸ ਟਾਈਮ ਦੇ ਉੱਤੇ ਇੱਕ ਮਾਹੌਲ ਇਦਾਂ ਦਾ ਹੁੰਦਾ ਵੀ ਸਾਨੂੰ ਕੁਝ ਨਹੀਂ ਯਾਦ ਹੁੰਦਾ ਕੁਝ ਆਪਣਾ ਆਪ ਵੀ ਪਤਾ ਨਹੀਂ ਹੁੰਦਾ ਨਾ ਕੋਈ ਖਾਣ ਪੀਣ ਦਾ ਨਾ ਬਿਲਕੁਲ ਮਤਲਬ ਇਟਸ ਡੈਫੀਨੇਟਲੀ ਦ ਟਰੂਥ ਰਾਈਟ ਸਪੈਸ਼ਲੀ ਜੇਕਰ ਉਹ ਇਨਸਾਨ ਤੁਹਾਡੇ ਕਲੋਜ਼ ਹੋਵੇ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਆ ਕੇ ਅਸੀਂ ਕਈ ਵਾਰੀ ਹੋ ਸਕਦਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਐਕਸੈਪਸ਼ਨਸ ਆ ਦੇ ਪਰ ਹੋ ਸਕਦਾ ਉਹ ਬੱਚੇ ਜਿਹੜੇ ਆ ਉਹ ਨਿਗਲੈਕਟ ਹੋ ਰਹੇ ਹੋਣ ਬੱਚੇ ਹੋ ਜਾਂਦੇ But also, Right. ਜਦੋਂ funeral ਵੀ ਹੁੰਦੇ ਆ ਜਦੋਂ ਅਫਸੋਸ ਵੀ ਹੁੰਦਾ ਆ where are the children going back to your point I mean it's happened to us in our family and each time the children you keep them away you're trying to protect them whereas actually they need to be part and parcel of understanding this you don't grief. realize that you're actually damaging them in that way and just letting them get they're playing outside so what's the best way to deal with that like I don't know the only way I would say is to sit down and talk to them. Yeah. You have to sit down, spend that time with them. They're going through the same process, listen the to same them, loss. what they've got to say. They're going through the same pain as you are. Our pain overcomes and takes us and blocks everything else out. So when ਨਿਆਣੇ ਹੈਗੇ ਆ ਉਹਨਾਂ ਨਾਲ ਵੀ time spent ਕਰੋ. it's trying to Talk be to them as well. open. They're going through the same pain as well. And this is where you're helping them and building that resilience that when death does happen, and which is going to happen to everyone, you're giving them a good understanding and education that this is how we deal with it. In our Punjabi culture, surrende ho raha theek hai. Appe kar lo khelte ya assi aap sort out kar lunge. We leave the children behind. Or you keep them busy with something. Xbox ki football khelte ya or whatever. You think it take care. But or you deal with it later. I know that's the other thing, isn't it? Later, let's get all this done now. I think that's the most common one. Yeah. And then when you sit down with them, you realise how hurt they are. कि ਉਹਨਾਂ ਨੂੰ ਕਿੰਨਾ ਉਹਨਾਂ ਹੀ ਦਰਦ ਦੁੱਖ। ਦੁੱਖ ਆ ਉਹਨਾਂ ਹੀ ਦੁੱਖ ਹੈ ਜਿੰਨਾ ਸਾਨੂੰ ਹੁੰਦਾ ਹੁੰਦਾ। ਹੈ so it's very tough. And that's when their behaviour at school changes and with their friends as well. So it's important always ਨਿਆਣਿਆਂ ਨੂੰ equal ਰੱਖੋ ਉਹਨਾਂ ਦੀ same treatment ਤੁਸੀਂ ਕਿੱਦਾਂ ਕਰਦੇ ਆ ਉਹਨਾਂ ਨਾਲ ਬੋਲੋ I think the biggest thing is talking, isn't it? And having that avenue for discussion. ਤੁਸੀਂ ਗੱਲਬਾਤ ਕਰੋ ਜਿੰਨੀ ਕੁ ਤੁਹਾਨੂੰ ਹੁੰਦੀ ਹੈ. Or you're suffering, they're suffering, and sometimes this is where an outsider coming in. So for example, I'm thinking a counsellor or somebody else in the family, who can actually mediate and actually say, yeah, this has happened. This is how life is. Death does happen. Do you think it's important within our community ਕਿ ਜਦੋਂ ਕਿਸੇ ਦੀ ਵੀ ਡੈਥ ਹੁੰਦੀ ਆ ਆਮ ਤੌਰ ਤੇ ਹੋ ਸਕਦਾ ਉਸ ਪਰਿਵਾਰ ਦੇ ਬਾਕੀ ਮੈਂਬਰ ਮੂਵ ਔਨ ਹੋ ਜਾਣ ਮੇਬੀ ਇੱਕ ਮੈਂਬਰ ਐਸਾ ਹੋਵੇ ਫੈਮਿਲੀ ਦਾ ਜਿਹੜਾ ਮੂਵ ਔਨ ਨਾ ਹੋ ਸਕੇ ਹੋ ਸਕਦਾ ਉਹ ਕਿਉਂਕਿ ਆਪਣੇ ਗ੍ਰੈਂਡਫਾਦਰ ਨੂੰ ਜਾਂ ਗ੍ਰੈਂਡਮਦਰ ਨੂੰ ਬਹੁਤ ਪਿਆਰ ਕਰਦਾ ਸੀ ਬੱਚਾ ਹੀ ਹੋ ਸਕਦਾ ਹੈ ਰਾਈਟ ਜਾਂ ਆਪਣੇ ਮਾਂ ਜਾਂ ਬਾਪ ਨੂੰ ਪਿਆਰ ਬਹੁਤ ਕਰਦਾ ਸੀ ਰਾਈਟ ਦੈਟਸ ਅ ਥਿੰਗ ਐਜ਼ ਵੈਲ ਕਈ ਵਾਰੀ ਇਹੋ ਜਿਹੇ ਕੇਸਿਸ ਵੀ ਹੈਗੇ ਨੇ ਜਿੱਥੇ ਫੋਰ ਐਗਜ਼ਾਮਪਲ ਅ ਫੀਮੇਲ her father or mother passed away and now ਆਪਣੇ ਸਹੁਰੇ ਘਰ ਪਰ ਉਹਦਾ ਜਿਹੜਾ ਮਾਈਂਡ ਆ ਟੋਟਲੀ ਚੇਂਜ ਹੋ ਗਿਆ ਉੱਥੇ ਕੀ ਸਾਨੂੰ ਆਪਣੀ ਕਮਿਊਨਿਟੀ ਨੂੰ ਇਹ ਐਜੂਕੇਟ ਕਰਨ ਦੀ ਜ਼ਰੂਰਤ ਹੈਗੀ ਆ ਕਿ ਕਾਉਂਸਲਿੰਗ ਉਹ ਇੱਕ ਸੋਲੂਸ਼ਨ ਹੈਗਾ ਆ ਕਿ ਕਾਉਂਸਲਿੰਗ ਇੱਕ ਬਹੁਤ ਵਧੀਆ ਹੱਲ ਹੈਗਾ ਆ ਉਹਦਾ ਔਰ ਮਦਦ ਤੁਹਾਡੇ ਵਾਸਤੇ ਅਵੇਲੇਬਲ ਹੈਗੀ ਆ So I'll break it down for you. It's a simple way to look at it. Right. Say as a family we lose someone. Right. It's like we might all gone through the same experience of losing someone. Right. Sareyan da outcome different, yeah. Bilkul. And I'll explain to you. It's like us three sitting in a car. We're driving. We have a car crash. Yeah. I walk out the car and I'm okay. I'm fine.
you walk out, you feel a bit traumatized, traumatised. and you're thinking, I don't want to get in the car. You might walk out and think, I don't want to drive again. I'm not sitting in the car. Even though we've experienced the same accident, It's different perspectives. all three of All our three of us experiencing something different. different, and that's how death And is for all different of rates. us. Yeah, and different rates. Different So rates. It's for a good you, example. you know, Yeah. you're Yeah. absolutely fine. You're carrying on with it. For me, it might take me years before I feel comfortable about being a passenger again. Yeah. And you might look at me and thinking, he's got back in the car. Gaddi chalai janda, theek hai, there's nothing. It's like that phobia, that kind of... Yeah. Yeah. Anything can happen. It can lead Anything to can happen. depression, depression, your Yeah. own mental state, your own phobias, your own, you know, worries, anxieties. You know, it just depends. Everybody's different. We talk about this all the time. Yeah. Every program the which is very unique. Yeah. Yeah, bilkul. You know, so even if something happens, everybody treats that experience in a different way. Yeah. So And I think And I've learnt that. And I think that's very important to realize. the Very important moral is we all might experience the same thing, but the outcome and the journey for us is different. Different, yeah, For the every journey, single you're right. person. That's something we always have to I look think at. Gurbinder, that's one maybe ਵੀ ਇੱਕ ਥੋੜਾ ਜਿਹਾ ਇੱਕ ਨੂੰ ਮੈਂ ਕਹੂੰਗਾ ਲਿਟਲ ਇਸ਼ੂ ਐਸ ਵੈਲ ਸ਼ਾਇਦ ਹੈਗਾ ਇਹ ਪੁਆਇੰਟ ਬਹੁਤ ਛੋਟਾ ਜਿਹਾ ਪਰ ਬਹੁਤ ਵੱਡਾ ਆ ਕਿ ਆਪਾਂ ਕਈ ਵਾਰੀ ਜਿੱਦਾਂ ਹੁਣ ਮੰਨ ਲਓ ਜੇ ਮੈਂ ਫੀਲ ਕਰਦਾ ਜਿੱਦਾਂ ਤੁਸੀਂ ਹੁਣ ਗੱਡੀ ਦੀ ਐਗਜ਼ਾਮਪਲ ਦਿੱਤੀ ਆ ਜੇ ਮੈਂ ਠੀਕ ਕਰਦਾ ਨਾ ਫੀਲ ਵੀ ਕੋਈ ਨਹੀਂ ਐਕਸੀਡੈਂਟ ਛੋਟਾ ਜਿਹਾ ਹੋਇਆ ਆ ਤੇ ਮੈਂ ਤੁਹਾਨੂੰ ਵੀ ਦੋਨਾਂ ਨੂੰ ਉਹੀ ਸਲਾਹ ਦੇਣੀ ਯਾਰ ਫਿਰ ਕੀ ਹੋ ਗਿਆ ਛੋਟਾ ਜਿਹਾ ਐਕਸੀਡੈਂਟ ਹੀ ਆ ਪਰ ਆਈ ਨੀਡ ਟੂ ਰੀਅਲਾਈਜ਼ ਕਿ ਉਹ ਜਿਹੜਾ ਐਕਸੀਡੈਂਟ ਹੋਇਆ ਆ ਉਹਦੀ ਅੰਡਰਸਟੈਂਡਿੰਗ ਆ ਕਿ ਅਸੀਂ ਤਿੰਨ ਅਲੱਗ-ਅਲੱਗ ਇੰਡੀਵਿਜੂਅਲ ਆ ਅਸਰ ਸਾਰਿਆਂ ਨੂੰ ਡਿਫਰੈਂਟ ਹੁੰਦਾ different ਹੁੰਦਾ ਹੈ। ਸਾਨੂੰ ਇਹ ਐਕਸੈਪਟ ਕਰਨਾ ਪੈਣਾ ਮੈਂ I might be okay and I might be driving, I might be happy and then I might be looking at you saying ਇਹਨੂੰ ਕੀ ਹੋਇਆ ਇਹ ਕਾਹਤੇ ਨਹੀਂ ਮੂਵ ਹੁੰਦਾ ਹੈਗਾ Or, forward I think the worst damage is Yeah. when you say, oh, you'll be fine. I feel like this now. ਜਦੋਂ ਤੁਸੀਂ ਆਪਣੀ ਔਰ judgment ਇਹ ਆਮ ਤੌਰ ਤੇ ਕਰਦੇ ਹੋ। ਹੁੰਦਾ ਆਪਣੀਆਂ ਫੈਮਿਲੀਜ਼ Yeah, ਦੇ ਵਿੱਚ whereas really everybody has to experience and feel what they want to feel. That's the other thing about grief. yeah You know, ਜੇ ਤੁਹਾਨੂੰ ਗੁੱਸਾ ਆਉਂਦਾ ਤੁਸੀਂ ਗੁੱਸੇ ਹੋ ਜਾਓ ਜੇ ਤੁਹਾਨੂੰ ਰੋਜ ਆਉਂਦਾ ਹੈ cry. You know, it doesn't matter. You have to work through it. like you say it's okay not to be okay. It is. Yeah, I know. I think point ਬੜਾ ਇੱਕ ਇਹ ਚੀਜ਼ ਵੈਸੇ ਨੋਟਿਸ ਕਰਨ ਵਾਲੀ ਆ ਮੈਂ ਸਰੋਤਿਆਂ ਨੂੰ ਕਹੂੰਗਾ ਕਿ ਜਦੋਂ ਘਰ ਦੇ ਵਿੱਚ ਕਈ ਵਾਰੀ ਕਿਸੇ ਦੀ ਨਾ ਮੰਨ ਲਓ ਕਿਸੇ ਦੀ ਡੈਥ ਹੁੰਦੀ ਹੈ ਜਾਂ ਆਮ ਤੌਰ ਤੇ ਜੇਕਰ ਸਾਡੇ ਘਰ 'ਚ ਕੋਈ ਇਨਸਾਨ ਹੋਵੇ ਜਿਹਦੇ ਦੋਸਤ ਦੀ ਵੀ ਮੰਨ ਲਓ ਕੋਈ ਡੈਥ ਹੋ ਗਈ ਹੈ ਉਹਨੂੰ ਪਤਾ ਲੱਗਾ ਆ ਅਸੀਂ ਇਹ ਐਕਸਪੈਕਟ ਕਰਦੇ ਹਾਂ ਵੀ ਕੋਈ ਨਹੀਂ 2-4 ਦਿਨ ਦੀ ਗੱਲ ਆ ਨਾਰਮਲ ਹੋ ਜਾਊਗਾ ਇਹ ਇੱਕ ਬਹੁਤ ਉਹ ਡੈਮੇਜ ਕਰਦਾ ਆ ਹੋਰ ਉਸ ਚੀਜ਼ ਨੂੰ ਜਿਹੜਾ ਇਹਨਾਂ ਨੇ ਪੁਆਇੰਟ ਬੜਾ ਵਧੀਆ ਰੇਜ਼ ਕੀਤਾ ਆ ਵੀ ਅਸੀਂ ਇਹ ਚੀਜ਼ ਅਸੀਂ ਕਹਿ ਦਿੰਦੇ ਆ ਕੋਈ ਗੱਲ ਨਹੀਂ ਹੈ ਨਾ ਹੁਣ ਤਾਂ ਹੋ ਗਿਆ ਜਾਂ ਅਸੀਂ ਕਹਿੰਦੇ ਯਾਰ 2 ਮਹੀਨੇ ਹੋ ਗਏ ਹੁਣ ਤੂੰ ਇੱਕੋ ਹੀ ਗੱਲ ਦਾ ਰੋਣਾ ਤੂੰ ਰੋਈ ਜਾਣਾ ਇਹ ਬੜੀ ਕਾਮਨ ਚੀਜ਼ ਆ ਅਸੀਂ ਉਸ ਇਨਸਾਨ ਨੂੰ ਟੈਕਨੀਕਲੀ ਅਸੀਂ ਉਹਨੂੰ ਡੈਮੇਜ ਕਰ ਰਹੇ ਹਾਂ ਵੀ ਡੈਮੇਜਿੰਗ ਫਰਦਰ ਉਹਦੀ ਮੈਂਟਲ ਹੈਲਥ ਵੀ ਉਹਦੇ ਇਮੋਸ਼ਨਸ ਵੀ ਤੇ ਕਿਤੇ ਨਾ ਕਿਤੇ ਅਸੀਂ ਉਹਨੂੰ ਇਹ ਕਹਿ ਰਹੇ ਵੀ ਨਹੀਂ ਜੇ ਅਸੀਂ ਠੀਕ ਆ ਤੇ ਤੂੰ ਵੀ ਠੀਕ ਹੋਣਾ ਚਾਹੀਦਾ ਹੈ ਸੋ ਐਗਜ਼ਾਮਪਲ ਬੜੀ ਵਧੀਆ ਜਿਹੜੀ ਗੁਰਵਿੰਦਰ ਨੇ ਦਿੱਤੀ ਹੈ ਕਿ ਇੱਕ ਗੱਡੀ ਦੇ ਵਿੱਚ ਆ 3 ਬੰਦੇ ਨੇ ਯੂ نو ਇੱਕ ਗੱਡੀ ਦਾ ਐਕਸੀਡੈਂਟ ਹੋਇਆ ਹੋ ਸਕਦਾ ਉਹਨਾਂ ਚੋਂ ਇੱਕ ਫੀਲ ਕਰਦਾ ਹੋਵੇ ਬੜਾ ਮੈਂ ਨੋਰਮਲ ਆ ਦੂਸਰਾ ਤਾਂ ਉਹ ਕਾਰ ਤੋਂ ਹੀ ਡਰ ਜਾਵੇ ਵੀ ਮੈਂ ਕਦੇ ਕਾਰ 'ਚ ਬਹਿਣਾ ਹੀ ਨਹੀਂ ਤੇ ਤੀਸਰਾ ਕਹੇ ਮੈਂ ਕਦੇ ਡਰਾਈਵ ਨਹੀਂ ਕਰਨਾ ਜ਼ਿੰਦਗੀ 'ਚ ਹੁਣ ਐਕਸੀਡੈਂਟ ਇੱਕੋ ਹੀ ਹੋਇਆ ਆ 3 ਅਲੱਗ-ਅਲੱਗ ਬੰਦੇ ਨੇ ਉਹਨਾਂ ਦੇ ਤਿੰਨਾਂ ਦੇ ਆਪੋ ਆਪਣੇ ਥਾਟਸ ਨੇ ਆਪੋ ਆਪਣੀ ਪ੍ਰੋਸੈਸ ਆ ਆਪੋ ਆਪਣੇ ਦਿਮਾਗ ਨੇ ਸੋ ਹਾਊ ਕੈਨ ਵੀ ਜੱਜ them ਇਹ ਇੱਕ ਚੀਜ਼ ਜਿਹੜੀ ਆ ਇਹ ਵਾਕਿਆ ਹੀ ਇੱਕ ਬਹੁਤ ਇੱਕ ਡਿਫਰੈਂਟ ਚੀਜ਼ ਆ ਸੋ ਕੋਈ ਵੀ ਘਟਨਾ ਛੋਟੀ ਨਹੀਂ ਹੁੰਦੀ ਵੱਡੀ ਨਹੀਂ ਹੁੰਦੀ ਉਹਨੂੰ ਕਿਵੇਂ ਉਹ ਇਨਸਾਨ ਲੈਂਦਾ ਆ ਉਹ ਮੈਟਰ ਕਰਦਾ ਆ ਬਹੁਤ ਜ਼ਿਆਦਾ ਸੋ ਵਾਟਸ ਦਾ ਇਹਦੇ ਚ ਪੰਜਵਾਂ ਜਿਹੜਾ 5th ਪੁਆਇੰਟ acceptance okay acceptance and ਤੇ ਹੁੰਦਾ ਆ that actually ਹੁਣ ਚੱਲ ਗਿਆ an understanding ਕੋਈ ਗੁੱਸਾ ਨਹੀਂ ਹੈਗਾ ਕੋਈ ਰੋਣਾ ਨਹੀਂ ਹੈਗਾ in that sense ਕੋਈ grief ਨਹੀਂ ਹੈਗੀ acceptance and ਤੇ ਹੁੰਦਾ ਹੈਗਾ where ਤੁਸੀਂ ਦੇਖ ਸਕਦੇ ਆ and ਖੁਸ਼ੀਆਂ ਮੈਮਰੀਆਂ ਸੋਚਦੇ ਆ that's the accept ਕਰ ਲੈਂਦੇ accept ਕਰ ਲੈਂਦੇ ਆ when you get to that point that's where you can feel that actually you've actually processed the loss and okay you're never going to get over a loss Yeah, I think acceptance is tied in with helplessness as well, Yeah, isn't it? Because you are helpless. Jo hona si oh ho gaya. yeah And when you say it like that, it's hard to accept. That's You know, jo likhiya si oh hi hona Hoya si. si. common ਜੀ And ਗੱਲ that makes me very angry as Yeah, well. yeah, It true. does, because yes, you know, I believe in fate. I believe in, you know, things happen for a reason. But when it happens to you, it's very difficult to Yeah. accept. yeah It really is. So you might have moments of. Yeah. That's what I'm trying to say. acceptance That yes, acceptance hey, is actually but- understanding it's happened this is how it's happened and that you can't do anything now. and then you can't Yeah. change anything what you can do is you have to sort of also a lot of people do is go back and look at the happy memories they've had with that person they share stories and they talk about it when it's their birthday they might get together and talk about that Yeah. person
when it might be Christmas, they might buy something little and put it away for So that there's little person. things, aren't Yeah. there, Little that can things. make a big difference. That's Yeah. right. But do you think ਜਿਹੜੇ ਆਪਾਂ ਪੰਜ ਜਿਹੜਾ ਸਟੇਜਿਸ ਦੀ ਗੱਲ ਕੀਤੀ ਆ ਫੋਰ ਐਗਜ਼ਾਮਪਲ ਸਟਾਰਟ ਕਰਦੇ ਹਾਂ ਡਿਨਾਈਲ ਐਂਡ ਆਈਸੋਲੇਸ਼ਨ ਐਂਗਰ ਬਾਰਗੇਨਿੰਗ ਡਿਪਰੈਸ਼ਨ ਐਂਡ ਐਕਸੈਪਟੈਂਸ Yeah. ਸਾਰੇ ਕੇਸਿਸ ਦੇ ਵਿੱਚ ਕੀ ਇਹ ਇੱਕੋ ਆਰਡਰ ਦੇ ਵਿੱਚ ਹੀ ਹੁੰਦੀਆਂ ਜਾਂ ਅਲੱਗ-ਅਲੱਗ Alag-alag. Right. Unique, everyone is unique, so the journey Jiddá to ਤੁਸੀਂ ਕਿਹਾ ਆ, it's so different. Mhm. You know, and also sometimes I think you get to acceptance, but then you step back as well. Yeah. You know, it's Oh, so even that you know, I'm talking about myself now. That's You could say, interesting. yes, Yeah. you know, this is how so I feel. accept ਮਤਲਬ ਤੁਸੀਂ ਮੰਨ ਲਓ accept ਕਰ ਲਿਆ Yeah. so ਉਹ ਕਰਨ ਤੋਂ ਬਾਅਦ But then it's the emotion, is that you've got so much emotion attached to one person or another and another, and it's Right. very difficult to think, okay, it's done now, because there's such going back to the jigsaw. Yeah. They are part of your life. You've lost one, you've lost whoever, and it's really difficult to then rebuild. yeah You know, so accepting is a very final point, isn't it? Yeah. But And ਬਹੁਤ that's- ਔਖਾ ਆ ਜਦੋਂ ਇੰਨਾ ਦੁੱਖ ਹੈ ਨਾ ਇੱਕ ਬੰਦੇ ਤੋਂ ਜਿਹਦਾ ਚੱਲ ਨਹੀਂ ਹੁੰਦਾ ਹੈਗਾ Yes. that's the thing, Yeah. you know. And again, going back to what you said, ਜਦੋਂ ਸ਼ੌਕ ਵੱਜਦੀ ਆ, you know, it is traumatic. Yeah. now ਇੱਕ ਜਿਹੜੀ ਚੀਜ਼ ਆ ਤੁਸੀਂ ਜਿਹੜੀ ਸ਼ੁਰੂ ਚ ਗੱਲ ਕੀਤੀ ਸੀ ਗੁਰਵਿੰਦਰ ਕਿ ਆਮ ਤੌਰ ਤੇ ਔਰ ਇਹ ਮੈਨੂੰ ਲੱਗਦਾ ਵੀ ਸ਼ਾਇਦ ਇਕੱਲੀ ਸਾਡੀ ਕਮਿਊਨਿਟੀ ਚ ਨਹੀਂ ਆਮ ਤੌਰ ਤੇ ਇੱਕ ਨਾ ਸਾਈਕੋਲੋਜੀਕਲੀ ਉਹ ਕਰ ਦਿੱਤਾ ਗਿਆ ਵੀ ਇਫ ਅ ਮੈਨ ਕ੍ਰਾਈਜ਼ ਦੈਨ ਯੂ ਆਰ ਵੀਕ Yeah. ਰਾਈਟ ਜੇ ਮਤਲਬ ਕਿ ਇੱਕ ਬੰਦਾ ਜਿਹੜਾ ਆ ਉਹ ਆਪਣੇ ਇਮੋਸ਼ਨਸ ਜ਼ਿਆਦਾ ਦਿਖਾਲਦਾ ਹੈ ਤੇ ਖਰੇ ਉਹ ਬਹੁਤ ਜ਼ਿਆਦਾ ਵੀਕ ਆ ਸੋ ਇਸ ਕਰਕੇ ਵੀ ਕਈ ਵਾਰੀ ਸਪੈਸ਼ਲੀ ਬਰੀਵਮੈਂਟ ਟਾਈਮ ਦੇ ਦੌਰਾਨ ਜਿਹੜੇ ਆ We've got to remain strong. ਐਗਜ਼ੈਕਟਲੀ ਮਤਲਬ ਉਹ ਜਿਹੜਾ ਹੈਗਾ ਵੀ ਇਹ ਦੈਟਸ ਅ ਥਿੰਗ ਸੋ ਹਾਊ ਇਜ਼ ਇਟ ਵੈਰੀ ਡਿਫਰੈਂਟ Yeah. ਦ ਵਿਮਨ ਐਂਡ ਮੈਨ ਮਤਲਬ ਉਹਨਾਂ ਦੀ ਜਿਹੜੀ ਕਹਿ ਲਓ ਕਿ ਸਾਈਕੋਲੋਜੀਕਲ ਜਿਹੜੀ ਸਿਚੁਏਸ਼ਨ ਆ ਉਹ ਕਿਵੇਂ ਅਲੱਗ ਆ ਤੇ ਜਿਹੜੇ ਮੈਨ ਲਾਈਕ ਓਬਵੀਅਸਲੀ ਵਾਟਸ ਦ ਬੈਸਟ ਵੇ ਫॉर them to deal with the situation I think the best way for men to deal with the situation is to talk to family. I think Right. you have to connect. This is one of the most important But what if factors. they are scared? What if they're worried about the family? ਕਿ ਮੈਨੂੰ ਉਹ ਜਿਹਦਾ They don't want to feel they don't want to feel vulnerable. That's it. Really. Vulnerable, like I'm weak, vulnerable. That is the Men are scared. As men, we're Yeah. scared of feeling But I think vulnerable. if men actually showed that emotion, right. wouldn't we all be in different places? Hmm. You know, as in if a male, the patriarch of the family, Yeah. you know, talks about gay, you know, I feel upset. Uh-huh. This is how I feel. Doesn't that make a difference for all the children, for the you know, the families to talk? Yeah, that's I get that point. I think, but from young men, boys are That's true. trained, conditioned to Yeah. be masculine. Men can be strong on our Yeah. football. Even when we go to school, boys Yeah. are put in the football team, the rugby team. Be strong, be masculine, and all that. We already conditioned from a young age to be strong and show masculinity. Yeah, it's true. Masculinity is massive, From isn't it? from nyaniato in Yeah. school, mum, dad does it. Dad's like, you know, aha kanna strong hona dod be, you Yeah. know, That's all it. that. It's mentally it's strong. mentally so strong. breaking Yeah, yeah, yeah. down is not even It's part, part of of our it. culture. We're not taught actually when to sit degbe or to dard hundaya. It's okay to cry. Yeah, it's You a know, bus, God, but But the bus. you know, we get told. Sherwan. Yeah, share Yeah, about it's runda true. kateya. Exactly. Yeah, You know, but we should be actually saying to our child, okay, dard hunda kitu emotion. Yeah. Teach children how to open their emotion. Daso when dard Yeah. hunda, when happy ni hega, when they're crying. We've got to connect with them at a young I age. know. But now, if you do, you know, if it changed like that, that'd be Yeah. fantastic, wouldn't it? But Yeah. it's only going to come from us with that next generation and so on and experience. So of once it. again, educating our children, Yeah. right? Boys Educating and them. girls, but girls are already emotionally in touch as they're growing Which up. I think is good. Yeah. Which I personally feel that's why I feel that women are probably more stronger Yeah. than men. Oh, Yeah. definitely. Because they Emotional. are Emotion. Quite emotionally, practical as well. because they're emotions. We're Yeah. quite practical. Yeah. We'll deal with it. We talk about That's it. right. We think, okay, what's going to make us better? Going back to your Yeah. was it your gauge last time? Yeah. Hannah, I'm feeling like this today. Yeah. You know, Yeah. or I'm feeling like this. Let's go to the gym. Mm. You know, there's a lot more kind of togetherness, unity. Whereas men don't need to feel isolated. That's what we need to change. Yeah. We need to Men feel bury like- their head in Yeah. the sand and just isolate themselves. You know, when we talked about the first stage, Yeah. that's the one that men do the most. Isolation. Exactly. Isolation, Isolation like is Denial. big. denial, and not talk about it.
just tell everyone they're okay. I think that's denial as well. I mean, Yeah. ਜਦੋਂ ਤੁਸੀਂ ਇਹ ਚੀਜ਼ ਕਰਦੇ ਆ ਆਪਣੇ ਆਪ ਨੂੰ ਸਟਰੋਂਗ ਜ਼ਿਆਦਾ ਰੱਖੀ ਜਾਣਾ, ਆਪਣੇ ਇਮੋਸ਼ਨਸ ਤੁਸੀਂ ਸ਼ੋ ਨਹੀਂ ਕਰਨੇ, ਤੁਸੀਂ ਇਕੱਲੇ ਰੂਮ 'ਚ ਭਾਵੇਂ ਆਪਣੇ ਰੋ ਲਓ. Yeah, But it comes back to what you said, that conditioning. yeah. Big boys Boys don't don't cry. Yeah. You know, time and time again. But we need to say big boys need to cry. I agree. That's what we Yeah. need to say. We I need agree. to say it's okay to feel vulnerable. It's okay to feel sad. It's okay that you have to go through these stages. You know, and it's really accepting that So we're going to go interesting, through. actually, I have Yeah. to say, very interesting. You don't, I mean ਜਿਹੜੇ 5 ਪੁਆਇੰਟ ਤੁਸੀਂ ਦੱਸੇ ਨੇ, I mean, I'm sure as well, ਮੇਰੇ ਖਿਆਲ ਆਪਾਂ ਕਦੇ ਇਦਾਂ ਸੋਚਿਆ ਨਹੀਂ ਹੋਣਾ, you know, ਕਿਉਂਕਿ ਜਦੋਂ ਵੀ ਪਰਿਵਾਰ ਦੇ ਵਿੱਚ ਕੋਈ ਵੀ ਚੀਜ਼ ਹੁੰਦੀ ਆ ਲਾਸਟ ਦੇ ਉੱਤੇ ਐਟ ਦੀ ਐਂਡ ਲਾਈਕ ਵਾਂਸ ਅਗੇਨ ਜਿਹੜੀ ਮੈਂ ਹਮੇਸ਼ਾ ਚੀਜ਼ ਕਹਿਣਾ ਹੁੰਦਾ ਵੀ ਇਹ ਤਾਂ ਹੁਣ ਆਪਾਂ ਨੂੰ ਬਿਲਕੁਲ ਪਤਾ ਲੱਗ ਗਿਆ ਤੁਹਾਡੇ ਥਰੂ ਕਿ ਹੈਲਪ ਇਜ਼ ਅਵੇਲੇਬਲ. Yeah. ਇਹਦੀ ਜਿਹੜਾ ਬਰੀਵਮੈਂਟ ਵਾਸਤੇ ਕੋਈ ਇਨ ਟੱਚ ਹੋਵੇ ਆਪਣੇ ਨਾਲ, Yeah. ਰਾਈਟ, ਉਹਦੀ ਜਿਹੜੀ ਕਾਉਂਸਲਿੰਗ ਜਾਂ ਆਪਾਂ ਕਰਦੇ ਆ ਜਾਂ ਤੁਸੀਂ ਉਹਦੇ ਨਾਲ ਗੱਲਬਾਤ ਕਰੋਗੇ, Yeah. ਕਿਵੇਂ ਦੀ ਮਦਦ ਜਿਹੜੀ ਆ ਉਹ ਉਹਨੂੰ ਮਿਲ ਸਕਦੀ ਆ? ਅਸੀਂ support ਕਰਦੇ ਹਾਂ, help them to move forward, help them to start reconnecting again as well. Right. We give them strategies, we give them that safe space to talk about the trauma. Okay. See, we help them to try and reduce that trauma and try and help them to release that trauma, to have a safe place to say, sometimes we can't talk to family, sometimes we can't say things, sometimes we might be angry with a sister or a brother, he didn't do enough, we might be angry with a parent because we feel they didn't do enough. Sometimes counselling is a space where you can say these things. And I think it's investing in you as Yeah. well. You are really important at this particular point. You can't care about everybody else if you're not sorted yourself. Yeah, you can't look You know. after anyone else. ਤੁਸੀਂ ਆਪ Yeah. ਮੈਂਟਲੀ ਹਾਂਜੀ. ਟਫ ਨਹੀਂ Yeah, ਹੈਗੇ. okay, yeah. ਤੁਸੀਂ ਆਪਣੇ ਆਪ How ਤੇ are you ਜਿੱਦਾਂ gonna do that? focus ਕਰੋ, and counselling does help. The Hira Foundation had Duksuk sessions, you know, and that's about a whole different array of subjects. But that again is a safe space. They're going to start again soon. We've called it Healthy Minds now. ਕਿ ਤੁਸੀਂ ਆਓ, ਤੁਸੀਂ ਗੱਲਬਾਤ ਕਰੋ, ਤੇ ਤੁਸੀਂ ਆਪਣਾ ਮਨ ਹਲਕਾ ਕਰੋ, and then the experts obviously will put them in touch with. That's fantastic. Yeah. Thank you very much once again. I really appreciate it. Learned a lot. ਇਹਦੇ 'ਚ ਇੱਕ ਚੀਜ਼ ਮੈਂ ਇੱਥੇ ਆਪਣੇ ਵੱਲੋਂ ਜ਼ਰੂਰ ਇੱਕ ਐਡ ਕਰੂੰਗਾ. ਅਸੀਂ ਨਾ ਕਈ ਵਾਰੀ ਸਾਨੂੰ ਇਹ ਲੱਗਦਾ ਆ, ਔਰ ਇੱਥੇ ਹੋ ਸਕਦਾ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਵਾਂਸ ਅਗੇਨ ਐਕਸੈਪਸ਼ਨਸ ਹੁੰਦੀਆਂ ਨੇ, ਕਈ ਵਾਰੀ ਜਦੋਂ ਅਸੀਂ ਇਨ ਟੱਚ ਹੋਈਏ ਤੇ ਸਾਨੂੰ ਇਹ ਲੱਗਦਾ ਜਿਹੜੀ ਕਾਉਂਸਲਿੰਗ ਆ ਯਾਰ ਇਹ ਤਾਂ ਸਾਨੂੰ ਸ਼ਾਇਦ ਵੀ ਇਹ ਆਪਣਾ ਪੈਸੇ ਦੇਣੇ ਪੈਣੇ ਆ, ਸਾਨੂੰ ਆਹ ਕਰਨਾ ਪੈਣਾ ਆ. ਪਰ ਇੱਕ ਚੀਜ਼ ਇੱਕ ਸੋਚਿਓ ਕਦੇ, ਤੁਹਾਡੀ ਆਪਣੀ ਹੈਲਥ ਤੋਂ, ਤੁਹਾਡੇ ਆਪਣੇ ਮੈਂਟਲ ਹੈਲਥ ਤੋਂ ਕੋਈ ਜ਼ਰੂਰੀ ਚੀਜ਼ ਹੈਗੀ ਆ? ਉਸ ਤੋਂ ਉੱਪਰ ਤਾਂ ਕੁਝ ਵੀ ਨਹੀਂ ਹੈਗਾ. ਮੈਂ ਹਮੇਸ਼ਾ ਇਹ ਚੀਜ਼ ਕਹਿੰਦਾ ਹੁੰਦਾ ਵੀ ਅਸੀਂ ਆਪਣੀਆਂ ਗੱਡੀਆਂ 'ਚ ਇਨਵੈਸਟ ਕਰਦੇ ਹਾਂ, ਕਾਰਾਂ 'ਚ ਇਨਵੈਸਟ ਕਰਦੇ ਹਾਂ, ਘਰਾਂ 'ਚ, ਈਵਨ ਘਰ ਦੇ ਵਿੱਚ ਇੱਕ ਜਿਹੜੀ ਕੰਧ ਹੁੰਦੀ ਹੈ ਨਾ, ਜਿਹੜੀ ਵਾਲ, ਰਾਈਟ, ਬੇਜਾਨ, ਜਿਹਦੇ 'ਚ ਜਾਨ ਨਹੀਂ ਹੈਗੀ, ਅਸੀਂ ਉਸ ਕੰਧ ਦੇ ਵਿੱਚ ਵੀ ਜਾਨ ਪਾਉਣ ਦੀ ਕੋਸ਼ਿਸ਼ ਕਰਦੇ ਹਾਂ. ਕਿੱਦਾਂ? ਅਸੀਂ ਉਸ ਵਾਲ ਨੂੰ ਸਜਾਉਂਦੇ ਹਾਂ, ਅਸੀਂ ਉਹਦੇ 'ਤੇ ਮਹਿੰਗੀ ਪੇਂਟਿੰਗ ਲਿਆ ਕੇ ਲਾਉਂਦੇ ਹਾਂ, ਮਿਰਰ ਲਾਉਂਦੇ ਹਾਂ, ਉਹਦਾ ਕਿਵੇਂ ਦਾ ਰੰਗ ਹੋਵੇ, ਜਾਂ ਉਹਨੂੰ ਫੀਚਰ ਵਾਲ ਬਣਾਉਂਦੇ ਹਾਂ. ਮਤਲਬ ਇੱਕ ਬੇਜਾਨ ਚੀਜ਼ ਜਿਹਦੇ 'ਚ ਕਦੇ ਜਾਨ ਪੈਣੀ ਨਹੀਂ, ਅਸੀਂ ਉਹ ਇੱਕ ਕੰਧ, ਮੇਰੇ ਖਿਆਲ ਕਈਆਂ ਨੇ ਘਰਾਂ 'ਚ ਸੋਚ ਕੇ ਦੇਖਿਓ, ਇੱਕ ਜਿਹੜੀ ਕੰਧ ਆ ਨਾ, ਇੱਕ ਵਾਲ, ਤੁਸੀਂ ਉਹਦੇ 'ਤੇ ਵੀ ਹੋ ਸਕਦਾ 2-2 ਹਜ਼ਾਰ ਪਾਉਂਡ ਤੋਂ ਲੈ ਕੇ 10-10 ਹਜ਼ਾਰ ਪਾਉਂਡ ਤੱਕ ਇਨਵੈਸਟ ਕੀਤਾ ਹੋਵੇ ਇੱਕ ਕੰਧ ਦੇ. ਪਰ ਕਦੇ ਅਸੀਂ ਸੋਚਿਆ ਵੀ ਜਿਹੜੀ ਆ ਜਾਨ ਆ, ਜਿੱਦਾਂ ਇਹ ਹਮੇਸ਼ਾ ਹੀਰਾ ਫਾਊਂਡੇਸ਼ਨ ਵਾਲੇ ਕਹਿੰਦੇ ਹੁੰਦੇ ਆ ਬਈ ਅਸੀਂ ਹੀਰੇ ਆ, ਤੁਹਾਡੀ ਜਿਹੜੀ ਆਪਣੀ ਇਹ ਹਰੇਕ ਇੱਕ ਜਿਹੜੀ ਕੀਮਤੀ ਜਾਨ ਇੱਕ ਹੀਰਾ ਆ, ਤੇ ਅਸੀਂ ਆਪਣੇ ਉੱਤੇ ਕੀ ਇਨਵੈਸਟ ਕਰਦੇ ਹਾਂ? ਇਹ ਸੋਚਣ ਵਾਲੀ ਚੀਜ਼ ਆ. ਇੱਕ ਅਸੀਂ ਬਹੁਤ ਮਹਿੰਗੀ ਗੱਡੀ ਵੀ ਲੈ ਕੇ ਆਵਾਂਗੇ, ਯੂ ਨੋ, ਫਿਰ ਉਸ ਗੱਡੀ ਦੇ ਵਿੱਚ ਅਸੀਂ ਉਹਦੀਆਂ ਮਹਿੰਗੀਆਂ ਲੈਦਰ ਸੀਟਸ ਪਾਉਂਦੇ ਹਾਂ. ਮਤਲਬ ਹਰ ਚੀਜ਼ ਅਸੀਂ ਇਨਵੈਸਟ ਕਰਦੇ ਹਾਂ ਮਟੀਰੀਅਲਿਸਟਿਕ ਚੀਜ਼ਾਂ 'ਤੇ, ਉਹਨਾਂ ਚੀਜ਼ਾਂ 'ਤੇ ਕਰਦੇ ਹਾਂ ਜਿਨ੍ਹਾਂ ਦਾ ਮਤਲਬ ਕੋਈ ਉਹ ਸਾਡੇ ਨਾਲ ਤਾਂ ਜਾਣੀਆਂ ਹੀ ਨਹੀਂ. ਪਰ ਜਿਹੜੀ ਆਪਣੀ ਜ਼ਿੰਦਗੀ ਆ, ਜਿਹੜੇ ਆਪਣੇ ਇਮੋਸ਼ਨਸ ਨੇ, ਸਾਡਾ ਆਪਣਾ ਜਿਹੜਾ ਅੰਦਰ ਆ, ਅਸੀਂ ਉਹਦੇ 'ਤੇ ਗੱਡੀ ਦੀ ਸਰਵਿਸ ਕਰਾਉਂਦੇ ਹਾਂ. ਅਸੀਂ ਗੱਡੀ ਦੀ ਸਰਵਿਸ ਅਸੀਂ ਹਮੇਸ਼ਾ ਕਹਿੰਦੇ ਹਾਂ ਵੀ ਗੈਰੇਜ ਵਧੀਆ ਹੋਵੇ, ਪੈਸੇ ਭਾਵੇਂ ਤੂੰ ਸਾਡੇ ਕੋਲ ਵੱਧ ਲੈ ਲਈ, ਰਾਈਟ. ਅਸੀਂ ਪਤਾ ਵੀ ਕਰਦੇ ਹਾਂ, 10 ਜਣਿਆਂ ਨੂੰ ਅਸੀਂ ਫੋਨ ਕਰਕੇ ਪੁੱਛਦੇ ਹਾਂ ਵੀ ਗੱਡੀ ਦੀ ਸਰਵਿਸ ਕਰਾਉਣੀ ਆ, ਵਧੀਆ ਗੈਰੇਜ ਕਿਹੜਾ ਆ, MOT ਕਰਵਾਉਣੀ ਆ, ਪਰ ਅਸੀਂ ਕਦੇ ਆਪਣੀ ਜਿਹੜੀ ਸਰਵਿਸ ਸਾਡੀ ਜ਼ਰੂਰੀ ਆ ਉਹ ਅਸੀਂ ਕਦੇ ਕਰਵਾਈ ਆ? ਬਹੁਤ ਜ਼ਰੂਰੀ ਆ. ਸੋ ਇਸ ਕਰਕੇ ਇਹ ਜ਼ਰੂਰ ਰਿਕੁਐਸਟ ਕਰਾਂਗੇ ਕਿ ਜਿਹੜੇ ਵੀ, ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਜਾ ਚੁੱਕਾ ਆ, ਉਹ ਜਿਹੜੀ ਬਰੀਵਮੈਂਟ ਆ, ਅਜੇ ਵੀ ਤੁਹਾਨੂੰ ਉਹਦਾ ਸੋਗ ਆ, ਅਜੇ ਵੀ ਉਹ ਸਾਨੂੰ ਨਹੀਂ ਭੁੱਲ ਰਹੇ, ਉਹਦੇ ਕਰਕੇ ਹੋ ਸਕਦਾ ਕੋਈ ਸ਼ਰਾਬ ਵਾਲੇ ਪਾਸੇ ਨੂੰ ਲੱਗ ਗਿਆ ਹੋਵੇ, ਹੋ ਸਕਦਾ ਕੋਈ ਜੌਬ ਛੱਡ ਕੇ ਬੈਠ ਗਿਆ ਹੋਵੇ, ਹੋ ਸਕਦਾ ਕਿਸੇ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਦਿੱਤਾ ਹੋਵੇ. ਜ਼ਰੂਰ ਫੋਨ ਚੱਕੋ, ਪਲੀਜ਼ ਗੈਟ ਇਨ ਟੱਚ. ਤੁਸੀਂ KTV ਨਾਲ ਇਨ ਟੱਚ ਹੋ ਸਕਦੇ ਹੋ, ਅਸੀਂ KTV ਨੂੰ ਅਸੀਂ ਇਹਨਾਂ ਦੇ ਨਾਲ ਇਨ ਟੱਚ ਅਸੀਂ ਕਰਵਾ ਦਿਆਂਗੇ. ਐਂਡ ਡੈਫੀਨੇਟਲੀ
ਉਹ ਜਿਹੜੀ ਹੈਲਪ ਆ ਅਵੇਲੇਬਲ ਹੈਗੀ ਆ ਤੁਹਾਡੇ ਵਾਸਤੇ, ਤੁਹਾਡੇ ਪਰਿਵਾਰ ਵਾਸਤੇ, ਬੱਚਿਆਂ ਵਾਸਤੇ। ਇਟਸ ਵੈਰੀ ਇੰਪੋਰਟੈਂਟ। ਜ਼ਿੰਦਗੀ ਦੇ ਵਿੱਚ ਸਭ ਤੋਂ ਕੀਮਤੀ ਜ਼ਿੰਦਗੀ ਹੈ, ਇਸ ਤੋਂ ਕੀਮਤੀ ਕੁਛ ਹੈ ਨਹੀਂ। ਐਂਡ ਆਈ ਥਿੰਕ that's probably the most important part. It is. Invest in yourself. Yes. And look after yourself. Don't struggle and just be quiet and suffer through it. You know, like you said, our minds, our health, Yep. our well-being is the most important thing. The most important part, It's the most important thing. Without that, we have nothing. That's right. Thank you very much once again. Really appreciate it. And once again, I've learned so much, honestly. This is amazing, actually. You know, learning these things. And I'm sure ਕਿ ਜਿਹੜੇ ਸਾਡੇ audience ਆ ਉਹਨਾਂ ਨੇ ਵੀ ਬਹੁਤ ਕੁਝ ਸਿੱਖਿਆ ਹੋਵੇਗਾ। And we'll see you next week with a new show, new thought, and obviously ਨਵੀਆਂ ਜਿਹੜੀਆਂ ਚੀਜ਼ਾਂ ਸਿੱਖਾਂਗੇ। Thank you very much. Thank you very much. ਸੋ ਆਪੋ ਆਪਣਾ ਰੱਖਿਓ ਜੀ ਖਿਆਲ। ਖਾਸ ਤੌਰ ਤੇ ਆਪਣਾ ਜਿਹੜਾ ਮਾਈਂਡ ਆ, ਵੈਲ ਬੀਇੰਗ ਆ, ਬਹੁਤ ਜ਼ਿਆਦਾ ਜ਼ਰੂਰੀ ਆ, ਉਹਦਾ ਖਿਆਲ ਰੱਖੋ। we'll see you guys very soon. Up until then, ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।